1947 ਦੇ ਵੰਡ ਦੇ ਦਰਦ ਨੂੰ ਬਿਆਨ ਕਰਦਾ ਪਾਰਟੀਸ਼ਨ ਮਿਊਜ਼ੀਅਮ। ਜਿਹੜੀ ਆ ਰਹੀ ਹੈ ਇਹ ਇੱਕ ਸਿੰਬੋਲਿਕ ਦਿਖਾਇਆ ਹੈ ਕਿ ਕਿਸ ਤਰ੍ਹਾਂ ਇੱਕ ਜਿਹੜੀ ਜ਼ਮੀਨ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਪੂਰੇ ਪੰਜਾਬ ਦੇ ਵਿੱਚ ਇੰਨੀਆਂ ਜ਼ਿਆਦਾ ਲਾਸ਼ਾਂ ਫੈਲ ਗਈਆਂ ਕਿਉਂਕਿ ਬਹੁਤ ਜ਼ਿਆਦਾ ਬਿਮਾਰੀਆਂ ਦੇ ਨਾਲ ਹੀ ਮਰਨੇ ਸ਼ੁਰੂ ਹੋ ਗਏ। ਜਿਹੜੀਆਂ ਔਰਤਾਂ ਨੂੰ ਆਪਣੀ ਇੱਜ਼ਤ ਨੂੰ ਬਚਾਉਣ ਲਈ ਖੂਹ ਦੇ ਵਿੱਚ ਛਾਲ ਮਾਰਨੀ ਪਈ, ਇਹ ਜਿਹੜਾ ਖੂਹ ਹੈ ਇਹ ਉਹਨੂੰ ਦਿਖਾ ਰਿਹਾ। ਦੋ ਜਿਹੜੀਆਂ ਵੱਡੀ ਫੈਮਲੀਜ਼ ਹੁੰਦੀਆਂ ਸੀ ਉਹਨਾਂ ਨੂੰ ਇੱਥੇ ਆ ਕੇ ਰਹਿਣਾ ਪੈਂਦਾ ਸੀ ਦੋ ਕੈਂਪ ਦੇ ਵਿੱਚ, ਅਗਰ ਉਹਨਾਂ ਕੋਲ ਚੋਇਸ ਹੈ ਚਾਹੇ ਨਹੀਂ ਹੈ। ਕਿ ਜਿਹੜੇ ਲੋਕੀ ਪਹਿਲਾਂ ਇਕੱਠੇ ਬਹਿ ਕੇ ਗਾਣਾ ਵਜਾਣਾ ਕਰਦੇ ਸੀ, ਕੀਰਤਨ ਕਰਦੇ ਸੀ, ਸੋ ਬਾਅਦ ਵਿੱਚ ਜਦੋਂ ਪਾਰਟੀਸ਼ਨ ਹੋ ਗਈ ਹੈ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮਾਈਗ੍ਰੇਟ ਕਰਨਾ ਪਿਆ ਕਿਉਂਕਿ ਕੋਈ ਮੁਸਲਿਮ ਸੀ, ਕੋਈ ਹਿੰਦੂ ਸੀ, ਕੋਈ ਸਿੱਖ ਸੀ। ਕਿਸੇ ਦੀ ਮੈਰਿਜ ਹੋ ਰਹੀ ਸੀ ਤਾਂ ਉਹਨਾਂ ਨੂੰ ਸੇਮ ਡੇ 'ਤੇ ਹੀ ਮਾਈਗ੍ਰੇਟ ਕਰਨਾ ਪਿਆ ਸੀ, ਆਪਣੇ ਵਿਆਹ ਵਾਲੇ ਦਿਨ ਹੀ। ਜਿਹੜਾ ਹੜੱਪਾ ਤੇ ਮੋਹਨਜੋਦਾਰੋ ਦੀ ਜਿਹੜੀਆਂ ਖੁਦਾਈਆਂ ਹੋਈਆਂ ਸੀ ਉਹ 'ਚੋਂ ਨਿਕਲਿਆ ਹੋਇਆ ਇੱਕ ਨੈਕਲੈਸ ਸੀ ਤੇ ਉਹਦੇ ਜਿਹੜੇ ਬੀਡ ਹੈ ਉਹਨਾਂ ਨੂੰ ਵੀ ਅਲੱਗ-ਅਲੱਗ ਕਰ ਦਿੱਤਾ। ਜਦੋਂ ਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ ਗਿਆ ਤਾਂ ਬਿਨਾਂ ਸ਼ੱਕ ਲੋਕਾਂ ਵਿੱਚ ਇੱਕ ਵੱਡੀ ਖੁਸ਼ੀ ਸੀ, ਪਰ ਇਹ ਆਜ਼ਾਦੀ ਲੱਖਾਂ ਲੋਕਾਂ ਦੇ ਲਈ ਤਬਾਹੀ ਦਾ ਸਬਬ ਵੀ ਬਣੀ। ਖਾਸ ਕਰਕੇ ਪੰਜਾਬ ਜੋ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਵੰਡਿਆ ਗਿਆ ਔਰ 1947 ਦੇ ਵੰਡ ਦੇ ਦਰਦ ਨੂੰ ਬਿਆਨ ਕਰਦਾ ਪਾਰਟੀਸ਼ਨ ਮਿਊਜ਼ੀਅਮ। ਇਸ ਮਿਊਜ਼ੀਅਮ ਦੇ ਵਿੱਚ ਮੌਜੂਦ 16 ਗੈਲਰੀਆਂ ਦੇ ਵਿੱਚ ਉਸ ਵੇਲੇ ਦੇ ਹਾਲਾਤ ਜਿਉਂ ਦੇ ਤਿਉਂ ਦਰਸਾਏ ਗਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਆਪਣੇ ਭਰੇ ਘਰ ਛੱਡ ਕੇ ਉਜੜਨਾ ਪਿਆ, ਕਿਸ ਤਰ੍ਹਾਂ ਦੇ ਨਾਲ ਉਸ ਵੇਲੇ ਭੜਕੀ ਹਿੰਸਾ ਦੇ ਵਿੱਚ ਲੋਕਾਂ ਦੇ ਸੁਪਨਿਆਂ ਦੇ ਮਹਿਲ ਢਹਿ ਢੇਰੀ ਹੋਏ, ਕਿਸ ਤਰ੍ਹਾਂ ਰੇਲ ਗੱਡੀਆਂ ਲਾਸ਼ਾਂ ਦੇ ਨਾਲ ਭਰੀਆਂ ਹੋਈਆਂ ਜਿਹੜੀਆਂ ਉਹ ਦੇਖੀਆਂ ਗਈਆਂ। ਤਾਂ ਉਹਨਾਂ ਤਮਾਮ ਹਾਲਾਤਾਂ ਨੂੰ ਇੱਥੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਟਾਊਨ ਹਾਲ ਸਥਿਤ ਇਸ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ। ਤਾਂ ਜ਼ਰੂਰ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕੀ ਦਿਖਾਇਆ ਗਿਆ ਹੈ ਤੇ ਉਸ ਦਾ ਮੰਤਵ ਕੀ ਹੈ। ਮੈਡਮ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਰਾਜਵਿੰਦਰ ਕੌਰ ਹੈ, ਮੈਂ ਮਿਊਜ਼ੀਅਮ ਦੀ ਮੈਨੇਜਰ ਹਾਂ। ਇਹ ਜਿਹੜੀ ਪਾਰਟਿਕੂਲਰ ਗੈਲਰੀ ਦੇ ਵਿੱਚ ਆਪਾਂ ਖੜੇ ਹੋਏ ਹਾਂ ਇਹ ਪ੍ਰਵਾਸ ਦੀ ਗੈਲਰੀ ਹੈ, ਮਾਈਗ੍ਰੇਸ਼ਨ ਦੀ ਗੈਲਰੀ ਹੈ, ਜਿਹਦੇ ਵਿੱਚ ਦਿਖਾਇਆ ਹੈ ਕਿ ਹੁਣ ਵੰਡ ਤਾਂ ਹੋ ਗਈ ਹੈ ਪਰ ਲੋਕੀ ਜਿਹੜੇ ਹੱਲੇ ਵੀ ਕਨਫਿਊਜ਼ ਆ ਕਿ ਆਪਾਂ ਕੀ ਕਰਨਾ ਹੈ, ਆਪਾਂ ਜਾਣਾ ਕਿੱਦਾਂ, ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਕਿਸ ਤਰ੍ਹਾਂ ਜਾਣਾ। ਕਈ ਲੋਕੀ ਟ੍ਰੇਨਾਂ ਦੇ ਉੱਤੇ ਚੜ੍ਹ ਕੇ ਆਏ, ਕਈ ਲੋਕੀ ਕਾਫਲਿਆਂ ਦੇ ਉੱਤੇ ਆਏ, ਕਈ ਲੋਕੀ ਤੁਰ ਕੇ ਹੀ ਆਏ। ਜਿਹੜੇ ਲੋਕੀ ਤੁਰ ਕੇ ਮਾਈਗ੍ਰੇਟ ਕਰਕੇ ਆਏ, ਜਿਨ੍ਹਾਂ ਨੇ ਪੈਦਲ ਮਾਈਗ੍ਰੇਟ ਕਰਨਾ ਸੀ, ਸਭ ਤੋਂ ਜ਼ਿਆਦਾ ਇਹ ਉਹਨਾਂ ਦੇ ਲਈ ਇੱਕ ਦੁਖਦਾਈ ਚੀਜ਼ ਸੀ ਕਿਉਂਕਿ ਸਾਨੂੰ ਅਗਰ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਪੈਦਲ ਤੁਰ ਕੇ ਜਾਣਾ, ਸਾਨੂੰ ਨਹੀਂ ਪਤਾ ਕਿ ਰਸਤੇ ਵਿੱਚ ਕੀ ਹੋ ਜਾਣਾ, ਸਾਡੇ ਨਾਲ ਕਦੋਂ ਅਸੀਂ ਮਰ ਜਾਣਾ। ਦੱਸਿਆ ਜਾਂਦਾ ਕਿ ਉਸ ਵੇਲੇ ਰਸਤੇ 'ਚ ਭੁੱਖ ਪਿਆਸ ਦੇ ਨਾਲ ਹੀ ਮਰ ਗਏ ਸੀ। ਜੀ ਬਿਲਕੁਲ। ਉਸ ਟਾਈਮ ਤੇ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਗਈਆਂ ਕਿਉਂਕਿ ਉਸ ਟਾਈਮ ਲਾਸ਼ਾਂ ਇੰਨੀਆਂ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਇੰਨੀਆਂ ਜ਼ਿਆਦਾ ਲਾਸ਼ਾਂ ਫੈਲ ਗਈਆਂ ਕਿ ਲੋਕੀ ਬਹੁਤ ਜ਼ਿਆਦਾ ਬਿਮਾਰੀਆਂ ਦੇ ਨਾਲ ਹੀ ਮਰਨੇ ਸ਼ੁਰੂ ਹੋ ਗਏ। ਕਈ ਲੋਕੀ ਤਾਂ ਭੁੱਖ ਨਾਲ ਮਰ ਰਹੇ ਸੀ, ਕਈ ਲੋਕੀ ਬਿਮਾਰੀਆਂ ਦੇ ਨਾਲ ਮਰ ਰਹੇ ਸੀ, ਕਈ ਲੋਕੀ ਪੈਦਲ ਤੁਰਦੇ ਹੀ ਮਰ ਰਹੇ ਸੀ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਸੀ, ਸਮਾਨ ਸਿਰ ਦੇ ਉੱਤੇ ਚੁੱਕ ਕੇ ਲੈ ਕੇ ਆ ਰਹੇ ਸੀ। ਸੋ ਉਹ ਟਾਈਮ ਬਹੁਤ ਹੀ ਦਰਦਨਾਕ ਟਾਈਮ ਸੀਗਾ। ਬਾਉਂਡਰੀ ਕਮਿਸ਼ਨ ਦੀ ਗੈਲਰੀ ਦੇ ਵਿੱਚ ਅਸੀਂ ਦਿਖਾਇਆ ਕਿ ਬਾਉਂਡਰੀ ਲਾਈਨ ਕਿੱਦਾਂ ਬਣਾਈ ਗਈ, ਕੌਣ ਸੀਗਾ ਜਿਨ੍ਹਾਂ ਨੇ ਬਾਉਂਡਰੀ ਲਾਈਨ ਬਣਾਈ, ਕਿਸ ਤਰ੍ਹਾਂ ਜਿਹੜੀ ਸਰਹੱਦ ਖਿੱਚੀ ਗਈ ਹੈ ਕਿਉਂਕਿ ਇੱਕ ਬਹੁਤ ਵੱਡੀ ਕਨਫਿਊਜ਼ਨ ਦੀ ਗੱਲ ਸੀ ਕਿ ਕਿਹੜੀ ਚੀਜ਼ ਕਿੱਧਰ ਜਾਣੀ ਹੈ ਕਿਉਂਕਿ ਜਿਨ੍ਹਾਂ ਨੇ ਇਹ ਪਾਰਟੀਸ਼ਨ ਕੀਤੀ ਸੀ, ਅਸੀਂ ਇਹ ਮਿਊਜ਼ੀਅਮ ਦੇ ਵਿੱਚ ਦਿਖਾਇਆ ਹੋਇਆ ਕਿ ਕਿੰਨਾਂ ਨੇ ਇੱਕ ਬਾਉਂਡਰੀ ਲਾਈਨ ਬਣਾਈ ਸੀ ਔਰ ਉਹਨਾਂ ਨੂੰ ਕਿੱਦਾਂ 5 ਹਫ਼ਤਿਆਂ ਦਾ ਟਾਈਮ ਮਿਲਿਆ ਸੀ ਬਾਉਂਡਰੀ ਲਾਈਨ ਬਣਾਉਣ ਵਾਸਤੇ। ਔਰ ਜਿਨ੍ਹਾਂ ਨੇ ਇਹ ਲਾਈਨ ਬਣਾਈ ਉਹ ਕਦੀ ਇੰਡੀਆ ਆਏ ਵੀ ਨਹੀਂ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੰਡੀਆ ਦੇ ਵਿੱਚ ਹੈ ਕੀ ਹੈ। ਸੋ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੀ ਸਾਡੀਆਂ ਕਿਸਮਤਾਂ ਨੂੰ ਆ ਕੇ ਇੱਕ ਵਾਰੀ ਆਜ਼ਮਾਓ। ਤੇ ਉਹਨਾਂ ਨੇ ਫਿਰ ਲੋਕ ਨਾ ਉਦੋਂ ਚਾਹੁੰਦੇ ਸੀ ਨਾ ਅੱਜ ਚਾਹੁੰਦੇ ਹੈ। ਜਿਹੜੀ ਸਰਹੱਦ ਖਿੱਚੀ ਗਈ ਉਸ ਵੇਲੇ ਵੀ ਲੋਕ ਨਹੀਂ ਚਾਹੁੰਦੇ ਸੀ ਕਿ ਅਸੀਂ ਇੱਕ ਦੂਜੇ ਤੋਂ ਅਲੱਗ ਹੋਈਏ ਤੇ ਨਾ ਅੱਜ ਚਾਹੁੰਦੇ। ਹਾਂਜੀ ਬਿਲਕੁਲ। ਲੋਕਾਂ ਨੂੰ ਸਾਨੂੰ ਤੁਸੀਂ ਹੋਰ ਵੀ ਗੈਲਰੀਜ਼ ਦਿਖਾਓ। ਹਾਂਜੀ ਬਿਲਕੁਲ। ਇਹ ਡਿਵੀਜ਼ਨ ਦੀ ਗੈਲਰੀ ਹੈ, ਵੰਡ ਦੀ ਗੈਲਰੀ। ਇੱਥੇ ਅਸੀਂ ਦਿਖਾਇਆ ਹੈ ਕਿ ਹਰ ਚੀਜ਼ ਮਾਈਗ੍ਰੇਸ਼ਨ ਤਾਂ ਹੋ ਗਈ ਹੈ, ਹੁਣ ਹਰ ਚੀਜ਼ ਦੀ ਵੰਡ ਕਿੱਦਾਂ ਹੋਈ ਹੈ। ਸੋ ਇਹ ਜਿਹੜਾ ਇੱਕ ਪੂਰਾ ਪੈਨਲ ਹੈ ਇਹਦੇ ਉੱਤੇ ਦਿਖਾਇਆ ਹੈ ਕਿ ਜਿਨ੍ਹਾਂ ਨੇ ਵਾਹਗਾ ਬਾਰਡਰ ਬਣਾਇਆ ਸੀ, ਕਿਉਂਕਿ ਬਾਰਡਰ ਤਾਂ ਇੱਕ ਮੈਪ ਦੇ ਵਿੱਚ ਹੀ ਹੁੰਦਾ ਸੀ ਨਾ, ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਬਾਰਡਰ ਕਿੱਥੇ ਹੋਏਗਾ। ਸੋ ਇਹ ਪੂਰਾ ਪੈਨਲ ਹੈ ਜਿਨ੍ਹਾਂ ਨੇ ਵਾਹਗਾ ਬਾਰਡਰ ਬਣਾਇਆ। ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ
ਜਿਨ੍ਹਾਂ ਨੇ ਚੋਪੜਾ ਜਿਨ੍ਹਾਂ ਨੇ ਵਾਹਗਾ ਬਾਰਡਰ ਬਣਾਇਆ ਸੀ, ਜਿਨ੍ਹਾਂ ਨੇ ਚੈੱਕ ਪੋਸਟ ਬਣਾਇਆ ਸੀ। ਹਾਂਜੀ, ਸੋ ਇਹ ਜਿੰਨੇ ਵੀ ਅੱਗੇ ਤੁਸੀਂ ਚੀਜ਼ਾਂ ਦੇਖਦੇ ਜਾਓਗੇ ਇਹ ਸਾਰੀਆਂ ਵੰਡ ਦੀਆਂ ਚੀਜ਼ਾਂ। ਇਹ ਜਿਹੜਾ ਹੈਗਾ ਸਾਡਾ ਸੈਕਸ਼ਨ ਹੈ, ਇਹ ਜਿਹੜੇ ਮੰਦਿਰ ਤੇ ਗੁਰਦੁਆਰੇ ਵੰਡੇ ਗਏ, ਮਿਊਜ਼ਿਕ ਕਿੱਦਾਂ ਵੰਡਿਆ ਗਿਆ ਉਸ ਟਾਈਮ ਦੇ ਉੱਤੇ, ਕਿਉਂਕਿ ਲੋਕੀ ਤਾਂ ਪਹਿਲਾਂ ਬੈਠ ਕੇ ਸਾਰੇ ਇਕੱਠੇ ਗਾਉਂਦੇ ਵਜਾਉਂਦੇ ਸੀ ਔਰ ਕੀਰਤਨ ਕਰਦੇ ਸੀ। ਸੋ ਮਿਊਜ਼ਿਕ ਨੂੰ ਵੰਡ ਦਿੱਤਾ ਗਿਆ, ਫਿਰ ਕ੍ਰਿਕਟ ਨੂੰ ਵੰਡ ਦਿੱਤਾ ਗਿਆ, ਆਰਮੀ ਕਿੱਦਾਂ ਡਿਵਾਈਡ ਹੋਈ ਹੈ। ਔਰ ਤੁਸੀਂ ਉਧਰ ਸਿੱਖ ਕੌਮ ਦੇ ਜਿਹੜੇ ਬਹੁਤ ਮਹੱਤਵਪੂਰਨ ਸਥਾਨ ਸੀ, ਜਿਨ੍ਹਾਂ ਵਿੱਚ ਇੱਕ ਹੈ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ, ਗੁਰੂ ਸਾਹਿਬ ਦਾ ਜੋਤੀ ਜੋਤ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ, ਚੌਥੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਚੂਨਾ ਮੰਡੀ ਲਾਹੌਰ। ਤੋਂ ਅਨੇਕਾਂ ਉਹ ਸਥਾਨ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਜਜ਼ਬਾਤ ਜੁੜੇ ਨੇ, ਭਾਵਨਾਵਾਂ ਜੁੜੀਆਂ, ਉਹ ਉਧਰ ਰਹਿ ਗਏ ਨੇ। ਇਹ ਜਿਹੜਾ ਸੈਕਸ਼ਨ ਹੈ ਸਾਰਾ ਇਹ ਮਿਊਜ਼ਿਕ ਦਾ ਸੈਕਸ਼ਨ ਹੈ, ਕਿਉਂਕਿ ਜਿਹੜੇ ਲੋਕੀ ਪਹਿਲਾਂ ਇਕੱਠੇ ਬਹਿ ਕੇ ਗਾਣਾ ਵਜਾਣਾ ਕਰਦੇ ਸੀ, ਕੀਰਤਨ ਕਰਦੇ ਸੀ, ਸੋ ਬਾਅਦ ਵਿੱਚ ਜਦੋਂ ਪਾਰਟੀਸ਼ਨ ਹੋ ਗਈ ਹੈ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਈਗ੍ਰੇਟ ਕਰਨਾ ਪਿਆ, ਕਿਉਂਕਿ ਕੋਈ ਮੁਸਲਿਮ ਸੀ, ਕੋਈ ਹਿੰਦੂ ਸੀ, ਕੋਈ ਸਿੱਖ ਸੀ। ਤੋ ਇੱਕ ਸੰਕੇਤਕ ਰੂਪ ਦੇ ਵਿੱਚ ਸਭ ਕੁਝ ਦਿਖਾਇਆ ਗਿਆ ਹੈ। ਤੋ ਸ਼ਾਇਦ ਇਹ ਵੀ ਉਹ ਵੰਡ ਦਾ ਦਰਦ ਹੀ ਬਿਆਨ ਕਰਦੇ ਹੋਏ ਜਿਹੜਾ ਇੱਥੇ ਤਸਵੀਰ ਇਹ ਜਿਹੜੀ ਆ ਰਹੀ ਹੈ, ਇਹ ਇੱਕ ਸਿੰਬੋਲਿਕ ਦਿਖਾਇਆ ਹੈ ਕਿ ਕਿਸ ਤਰ੍ਹਾਂ ਇੱਕ ਜਿਹੜੀ ਜ਼ਮੀਨ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਇੱਕ ਜ਼ਮੀਨ ਦੇ ਉੱਤੇ ਕਿੰਨਾ ਵੱਡਾ ਆਰਾ ਚੱਲ ਗਿਆ ਹੈ ਤੇ ਇੱਕ ਜ਼ਮੀਨ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਜਿਹੜਾ ਕਲਚਰ ਸੀਗਾ, ਕਲਚਰ ਨੂੰ ਵੀ ਡਿਵਾਈਡ ਕਰ ਦਿੱਤਾ ਦੋ ਕੰਟਰੀਜ਼ ਦੇ ਵਿੱਚ। ਇੱਕ ਨੈਕਲਸ ਸੀਗਾ ਜਿਹੜਾ ਹੜੱਪਾ ਤੇ ਮੋਹਨਜੋਦਾਰੋ ਦੀਆਂ ਜਿਹੜੀਆਂ ਖੁਦਾਈਆਂ ਹੋਈਆਂ ਸੀ ਉਹ 'ਚੋਂ ਨਿਕਲਿਆ ਹੋਇਆ ਇੱਕ ਨੈਕਲਸ ਸੀ, ਤੇ ਉਹਦੇ ਜਿਹੜੇ ਬੀਡ ਹੈ ਉਹਨਾਂ ਨੂੰ ਵੀ ਅਲੱਗ-ਅਲੱਗ ਕਰ ਦਿੱਤਾ ਦੋ ਕੰਟਰੀ ਦੇ ਵਿੱਚ। ਇਹ ਜਿਹੜਾ ਨੈਕਲਸ ਹੈ ਇਹ ਜਿਹੜਾ ਇੰਡੀਅਨ ਨੈਕਲਸ ਹੈ, ਇਹ ਹਿੰਦੁਸਤਾਨ ਦੇ ਹਿੱਸੇ ਦਾ ਅੱਧਾ ਹਾਰ ਜੀ, ਔਰ ਇਹਦਾ ਅੱਧਾ ਹਿੱਸਾ ਪਾਕਿਸਤਾਨ ਨੂੰ ਜੀ। ਯਾਨੀ ਇਤਿਹਾਸ ਵੀ ਵੰਡਤਾ। ਹਾਂਜੀ, ਇਹ ਕਲਚਰ ਨੂੰ ਪੁਰਾਣੀਆਂ ਕਾਗਜ਼ਾਤ, ਇਹ ਜਿਹੜੇ ਕਾਗਜ਼ਾਤ ਲੱਗੇ ਹੋਏ ਨੇ ਇਹ ਲਿਖਿਆ ਹੋਇਆ ਕਿ ਕਿੰਨੇ ਬੀਡ ਸੀਗੇ ਉਸ ਟਾਈਮ ਦੇ ਉੱਤੇ, ਜਿਹੜੀਆਂ ਵੀ ਖੁਦਾਈਆਂ ਦੇ ਵਿੱਚੋਂ ਚੀਜ਼ਾਂ ਨਿਕਲੀਆਂ, ਜੋ ਵੀ ਨਿਕਲਿਆ ਉਹਦੇ ਵਿੱਚੋਂ, ਸੋ ਉਹ ਪੂਰੀ ਉਹਨਾਂ ਦੀ ਇਨਫੋਰਮੇਸ਼ਨ ਇਹਦੇ ਉੱਤੇ ਲਿਖੀ ਹੋਈ ਹੈ। ਕਿੰਨੇ ਬੀਡਸ ਨਿਕਲੇ ਸੀ, ਹਾਂਜੀ, ਗਿਣ ਕੇ ਵੰਡੀਆਂ ਗਿਆ ਸੀ, ਹਰ ਚੀਜ਼ ਨੂੰ ਗਿਣਿਆ ਗਿਆ ਜੀ, ਜਿੰਨੇ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਧਰੋਹਰ ਹੁੰਦੀ, ਖਜ਼ਾਨਾ ਜੀ, ਉਹਨਾਂ ਸਾਰਿਆਂ ਨੂੰ ਵੰਡਿਆ ਗਿਆ, ਪ੍ਰੋਪਰ ਰਿਟਨ ਦੇ ਵਿੱਚ ਲਿਖਿਆ ਗਿਆ ਕਿ ਕਿੰਨੀਆਂ ਚੀਜ਼ਾਂ ਕਿੱਧਰ ਜਾਣਗੀਆਂ, ਇੱਕ ਵੀ ਵੱਧ ਨਹੀਂ ਜਾਏਗੀ, ਇੱਕ ਵੀ ਘੱਟ ਨਹੀਂ ਜਾਏਗੀ। ਖੂਹ ਦੇ ਰਾਹੀਂ ਕੀ ਕੁਝ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜੀ। ਇਹ ਜਿਹੜਾ ਖੂਹ ਹੈਗਾ ਇਹ ਸਾਡਾ ਸੈਕਸ਼ਨ ਹੈਗਾ ਵਿਮਨ ਸੈਕਸ਼ਨ, ਇਹ ਔਰਤਾਂ ਦਾ ਪੂਰਾ ਸੈਕਸ਼ਨ ਹੈ ਕਿ ਜਿਹੜੀਆਂ ਔਰਤਾਂ ਨੂੰ ਆਪਣੀ ਇੱਜ਼ਤ ਨੂੰ ਬਚਾਉਣ ਲਈ ਖੂਹ ਦੇ ਵਿੱਚ ਛਾਲ ਮਾਰਨੀ ਪਈ, ਇਹ ਜਿਹੜਾ ਖੂਹ ਹੈ ਇਹ ਉਹਨੂੰ ਦਿਖਾ ਰਿਹਾ ਹੈ ਕਿ ਇੰਨੀਆਂ ਔਰਤਾਂ ਨੇ ਆਪਣੀ ਜਾਨ ਨੂੰ ਬਚਾਉਣ ਲਈ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ। ਔਰ ਸਾਡੇ ਕੋਲ ਸਟੋਰੀਜ਼ ਹੈਗੀਆਂ ਜਿਹਦੇ ਵਿੱਚ ਕਹਿੰਦੇ ਆ ਕਿ ਇਹ ਜਿਹੜਾ ਖੂਹ ਇੱਕ ਮੈਂਬਰਾਂ ਦੇ ਸਾਹਮਣੇ ਹੀ ਇਹ ਕੁਝ ਕਰਨਾ ਪਿਆ ਉਹਨਾਂ ਨੂੰ, ਇੱਜ਼ਤ ਬਚਾਉਣੀ ਜ਼ਰੂਰੀ ਸੀ, ਜੀ, ਜਾਨ ਜਾਂਦੀ ਤੇ ਜਾਵੇ, ਔਰ ਇਸ ਤਰ੍ਹਾਂ ਖੂਹ ਛਾਲ ਮਾਰਨੀ ਪਈ ਜੀ। ਇਹ ਜਿਹੜਾ ਖੂਹ ਇੱਕ ਟਾਈਮ ਤੇ ਇੰਨਾ ਲਾਸ਼ਾਂ ਨਾਲ ਭਰ ਗਿਆ ਸੀ, ਔਰਤਾਂ ਨੂੰ ਜਗ੍ਹਾ ਹੀ ਨਹੀਂ ਸੀ ਮਿਲਦੀ ਕਿ ਅਸੀਂ ਮਰੀਏ ਕਿੱਦਾਂ, ਅਸੀਂ ਕਿਸ ਤਰ੍ਹਾਂ ਖੂਹ ਦੇ ਵਿੱਚ ਛਾਲਾਂ ਮਾਰੀਏ, ਕਿਉਂਕਿ ਇਹ ਪੂਰਾ ਕਲੌਗਡ ਹੋ ਗਿਆ ਸੀ ਲਾਸ਼ਾਂ ਦੇ ਨਾਲ। ਫਿਰ ਔਰਤਾਂ ਨੂੰ ਇਹਦੇ ਵਿੱਚੋਂ ਲਾਸ਼ਾਂ ਨੂੰ ਸਾਈਡ ਤੇ ਕਰਨਾ ਪੈਂਦਾ ਸੀ, ਫਿਰ ਉਹ ਜੰਪ ਕਰਦੀਆਂ ਸੀ, ਅਗਰ ਇੱਕ ਅਟੈਂਪਟ ਨਹੀਂ ਹੁੰਦਾ ਸੀ ਦੂਸਰਾ ਅਟੈਂਪਟ ਕਰਦੀਆਂ ਸੀ, ਤੀਸਰਾ ਅਟੈਂਪਟ ਕਰਦੀਆਂ ਸੀ, ਜੋ ਤੱਕ ਉਹ ਮਰ ਨਹੀਂ ਜਾਂਦੀਆਂ ਸੀ। ਇਹ ਜਿਹੜੀ ਫੁਲਕਾਰੀ ਹੈ, ਇਹ ਫੁਲਕਾਰੀ ਉਸ ਟਾਈਮ ਦੇ ਉੱਤੇ ਇੱਕ ਔਰਤ ਨੇ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਖੂਹ 'ਚ ਛਾਲ ਮਾਰ ਦਿੱਤੀ ਸੀ। ਉਸ ਟਾਈਮ ਤੇ ਉਹਨੇ ਇਹ ਫੁਲਕਾਰੀ ਉੱਪਰ ਲਿੱਤੀ ਸੀ, ਬਟ ਉਹਨਾਂ ਨੂੰ ਕਿਸੇ ਮੁਸਲਿਮ ਨੇ ਬਚਾ ਲਿੱਤਾ, ਤੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਇਹ ਫੁਲਕਾਰੀ ਉੱਤੇ ਲਿੱਤੀ ਸੀ। ਫਿਰ ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਫੁਲਕਾਰੀ ਇੱਥੇ ਦਊਂਗੀ ਜਿੱਥੇ ਇਹ ਬਿਲੋਂਗ ਕਰਦੀ ਹੈ। ਇਸ ਫੁਲਕਾਰੀ ਦੇ ਨਾਲ ਵੀ ਇੱਕ ਵੱਡਾ ਦਰਦ ਜੁੜਿਆ, ਇੱਕ ਵੱਡੀ ਕਹਾਣੀ, ਵੱਡਾ ਦਰਦ ਜੁੜਿਆ ਹੋਇਆ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਮਾਰਨ ਦੇ ਲਈ ਖੂਹ 'ਚ ਛਾਲ ਮਾਰਤੀ ਹੈ, ਤਾਂ ਉਹਨਾਂ ਨੂੰ ਫਿਰ ਕਿਸੇ ਨੇ ਬਚਾਇਆ ਆ ਕੇ। ਤਾਂ ਉਸ ਟਾਈਮ ਦੇ ਉੱਤੇ ਜਦੋਂ ਉਹ ਦੇਖਦੇ ਹੋਣਗੇ ਇਸ ਚੀਜ਼ ਨੂੰ ਤਾਂ ਕਿੰਨਾ ਉਹਨਾਂ ਨੂੰ ਦੁੱਖ ਲੱਗਦਾ ਹੋਏਗਾ ਕਿ ਮੈਂ ਆਹ ਫੁਲਕਾਰੀ ਉਦੋਂ ਲਿੱਤੀ ਸੀ ਮੈਂ ਆਪਣੇ ਆਪ ਨੂੰ ਮਾਰਨ ਲਈ, ਬਟ ਮੈਂ ਬਚ ਗਈ ਇਵੈਂਚੁਅਲੀ। ਇਹ ਸਾਰਾ ਲਿਖਿਆ ਹੋਇਆ ਕਿ ਮੁਸਲਿਮ ਲੇਡੀਜ਼ ਕਿੰਨੀਆਂ ਸੀਗੀਆਂ ਐਬਡਕਟ ਹੋਈਆਂ, ਕਿੰਨੀਆਂ ਔਰਤਾਂ ਨੂੰ ਅਸੀਂ ਰਿਕਵਰ ਕਰਕੇ ਲੈ ਕੇ ਆਏ ਸੀ। ਜਦੋਂ ਪਾਰਟੀਸ਼ਨ ਹੋ ਗਈ, ਮਾਈਗ੍ਰੇਸ਼ਨ ਹੋ ਗਈ, ਡਿਵੀਜ਼ਨ ਹੋ ਗਈ ਹੈ, ਉਸ ਤੋਂ ਬਾਅਦ ਲੋਕਾਂ ਲਈ ਸਭ ਤੋਂ ਵੱਡਾ ਕੁਐਸਚਨ ਮਾਰਕ ਸੀਗਾ ਕਿ ਅਸੀਂ ਰਹਿਣਾ ਕਿੱਥੇ ਆ ਹੁਣ, ਅਸੀਂ ਆ ਤਾਂ ਗਏ ਹਾਂ। ਕਈ ਲੋਕੀ ਜਿਹੜੇ ਸੀ ਉਹ ਇੱਦਾਂ ਹੀ ਆ ਗਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੁਝ ਨਵਾਂ ਦੇਸ਼ ਬਣ ਗਿਆ। ਉਹ ਆਪਣੇ ਨਾਲ ਰੋਟੀ ਦੇ ਡੱਬੇ ਚੁੱਕ ਕੇ ਲਿਆਏ, ਪੈਸੇ ਆਪਣੇ ਉੱਥੇ ਛੱਡ ਆਏ ਕਿ ਥੋੜੇ ਦਿਨਾਂ ਦੀ ਗੱਲ ਆ, ਅਸੀਂ ਜਾਵਾਂਗੇ ਤੇ ਵਾਪਸ ਆ ਜਾਵਾਂਗੇ। ਉਹ ਜਦੋਂ ਇੱਥੇ ਆ ਗਏ, ਹੀ ਨਹੀਂ ਸੀ ਕਿ ਕੀ ਵਾਪਰ ਚੁੱਕਿਆ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਕ ਦੇਸ਼ ਹੀ ਵੱਖਰਾ ਹੋ ਗਿਆ ਹੈ। ਅਸੀਂ ਜਿਹੜੇ ਇੱਥੇ ਆ ਗਏ ਉਹਨਾਂ ਸਾਨੂੰ ਇੱਥੇ ਹੀ ਰਹਿਣਾ ਪੈਣਾ, ਸਾਡੇ ਕੋਲ ਕੁਝ ਹੈ ਹੀ ਨਹੀਂ ਹੈ।
ਤੇ ਜਦੋਂ ਇੱਥੇ ਉਹ ਆਏ ਅੰਮ੍ਰਿਤਸਰ ਦੇ ਵਿੱਚ ਤਾਂ ਉਹਨਾਂ ਨੂੰ ਇੱਥੇ ਆ ਕੇ ਫਿਰ ਕੈਂਪਸ ਦੇ ਵਿੱਚ ਰਹਿਣਾ ਪਿਆ, ਰਿਫਿਊਜੀ ਕੈਂਪਸ ਦੇ ਵਿੱਚ, ਕਿਉਂਕਿ ਸਰਕਾਰਾਂ ਨੇ ਕੈਂਪ ਤਾਂ ਲਗਾਏ ਹੋਏ ਸੀ ਹਰ ਪਾਸੇ। ਖਾਲਸਾ ਕਾਲਜ ਦੇ ਵਿੱਚ ਬੜੇ ਸਾਰੇ ਰਿਫਿਊਜੀ ਕੈਂਪਸ ਲੱਗੇ ਸੀ। ਲੋਕਾਂ ਨੇ ਫਿਰ ਇੱਥੇ ਆ ਕੇ ਡਿਸਾਈਡ ਕੀਤਾ ਕਿ ਚਲੋ ਹੁਣ ਇਹੀ ਸਾਡੀ ਕਿਸਮਤ ਹੈ, ਇਹਨੂੰ ਐਕਸੈਪਟ ਕਰਨਾ ਪੈਣਾ ਹੈ, ਇੱਥੇ ਰਿਫਿਊਜੀ ਕੈਂਪਸ ਦੇ ਵਿੱਚ ਰਹਿਣਾ ਪੈਣਾ ਹੈ, ਇੱਥੇ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਹੁਣ ਅਸੀਂ ਜਾਣਾ ਕਿੱਥੇ ਹੈ। ਉੱਥੇ ਕੈਂਪਸ ਦੇ ਵਿੱਚ ਰਹਿਣ ਲਈ ਫਿਰ ਸਾਨੂੰ ਰਿਫਿਊਜੀ ਰਜਿਸਟ੍ਰੇਸ਼ਨ ਕਾਰਡਸ ਚਾਹੀਦੇ ਹੁੰਦੇ ਸੀ, ਕਿ ਜਿੱਦਾਂ ਸਾਨੂੰ ਰਾਸ਼ਨ ਕਾਰਡ ਚਾਹੀਦਾ ਹੁੰਦਾ ਹੈ। ਤਾਂ ਇਹ ਰਜਿਸਟ੍ਰੇਸ਼ਨ ਕਾਰਡ ਨੇ ਜੋ ਰਿਫਿਊਜੀ ਕੈਂਪ ਦੇ ਵਿੱਚ ਹੁੰਦੇ ਸੀ ਉਸ ਟਾਈਮ ਦੇ। ਰਾਸ਼ਨ ਕਾਰਡ ਦੇ ਵਿੱਚ ਲਿਖਿਆ ਜਾਂਦਾ ਸੀ ਕਿੰਨੇ ਬੰਦੇ ਹੈ, ਕਿੰਨੀਆਂ ਜਨਾਨੀਆਂ ਹੈ, ਕਿੰਨੇ ਬੱਚੇ ਹੈ, ਉਹ ਸਾਰੀ ਇਕੱਲੀ ਡਿਟੇਲ ਲਿਖ ਕੇ ਉਹ ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ। ਜਿਨ੍ਹਾਂ ਨੇ ਕੈਂਪ ਦੇ ਵਿੱਚ ਰਹਿਣਾ ਹੈ ਉਹਨਾਂ ਕੋਲ ਇਹ ਕਾਰਡ ਹੋਣਾ ਜ਼ਰੂਰੀ ਹੁੰਦਾ। ਇੱਥੇ ਜਿਹੜੇ ਇੰਨਾ ਸਾਈਜ਼ ਹੁੰਦਾ ਸੀ ਕੈਂਪਾਂ ਦਾ, ਤੇ ਦੋ ਜਿਹੜੀਆਂ ਵੱਡੀ ਫੈਮਲੀਜ਼ ਹੁੰਦੀਆਂ ਸੀ ਉਹਨਾਂ ਨੂੰ ਇੱਥੇ ਆ ਕੇ ਰਹਿਣਾ ਪੈਂਦਾ ਸੀ 2 ਕੈਂਪ ਦੇ ਵਿੱਚ। ਅਗਰ ਉਹਨਾਂ ਕੋਲ ਚੋਇਸ ਹੈ ਚਾਹੇ ਨਹੀਂ ਹੈ, ਪਰ ਉਹਨਾਂ ਨੂੰ ਰਹਿਣਾ ਪੈਂਦਾ ਸੀ ਇਹਦੇ ਵਿੱਚ ਆ ਕੇ। ਸੋ ਇੱਕ ਕੈਂਪ ਅਸੀਂ ਬਣਾਇਆ ਹੋਇਆ ਜਿੱਥੇ ਅੰਦਰ ਜਾ ਕੇ ਲੋਕੀ ਬੈਠ ਸਕਦੇ ਹੈ ਔਰ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੈ ਕਿ ਲੋਕੀ ਕਿਸ ਤਰ੍ਹਾਂ ਇੰਨੇ ਛੋਟੇ ਕੈਂਪ ਦੇ ਵਿੱਚ 2 ਫੈਮਲੀਜ਼ ਕਿੱਦਾਂ ਰਹੀਆਂ ਹੋਣਗੀਆਂ। ਐਡੇ ਕੈਂਪ ਹੁੰਦਾ ਸੀ, ਇੰਨੇ ਕੈਂਪ ਹੁੰਦੇ ਸੀ, ਇਹੀ ਸਾਈਜ਼ ਹੁੰਦਾ ਸੀ। ਇਹਦੇ ਵਿੱਚ 2 ਪਰਿਵਾਰਾਂ ਨੂੰ ਰਹਿਣਾ ਪੈਂਦਾ ਜੀ। ਇਹ ਤੋਂ ਥੋੜਾ ਵੱਡਾ ਹੋ ਜਾਏਗਾ, ਪਰ 2 ਫੈਮਲੀਜ਼ ਜੋ ਵੱਡੀਆਂ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ। ਸ਼ਾਇਦ ਇੱਥੇ ਜ਼ਿਕਰ ਵੀ ਇਹੀ ਕੀਤਾ ਗਿਆ ਕਿ ਤੁਸੀਂ ਇਸ ਆਕਾਰ ਦੇ ਤੰਬੂ ਵਿੱਚ 2 ਪਰਿਵਾਰਾਂ ਦੇ ਰਹਿਣ ਦੀ ਕਲਪਨਾ ਕਰ ਸਕਦੇ ਹੋ। ਤੰਬੂ ਦੇ ਅੰਦਰ ਜਾਓ ਅਤੇ ਕੈਂਪਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਅਨੁਭਵ ਸੁਣੋ। ਇੱਕ ਕਿਸੇ ਦੀ ਮੈਰਿਜ ਹੋਈ ਸੀ, ਉਹਨਾਂ ਦੀ ਇਹ ਸਾੜੀ ਹੈ, ਉਹਨਾਂ ਨੂੰ ਸੇਮ ਡੇ ਤੇ ਹੀ ਉਸ ਵੇਲੇ ਦੇ ਨੇ, ਉਸ ਟਾਈਮ ਦੇ, ਹਾਂਜੀ ਉਸ ਟਾਈਮ ਦੇ ਹੈਗੇ ਨੇ। ਕਿਸੇ ਦੀ ਮੈਰਿਜ ਹੋ ਰਹੀ ਸੀ ਤਾਂ ਉਹਨਾਂ ਨੂੰ ਸੇਮ ਡੇ ਤੇ ਹੀ ਮਾਈਗ੍ਰੇਟ ਕਰਨਾ ਪਿਆ ਸੀ ਆਪਣੇ ਵਿਆਹ ਵਾਲੇ ਦਿਨ ਹੀ। ਇਹ ਉਹਨਾਂ ਜ਼ਿਕਰ ਵੀ ਕੀਤਾ ਗਿਆ। ਟਿੱਕਾ ਰਾਣੀ ਜਗਜੀਤ ਕੌਰ ਬੇਦੀ ਪੂਰਾ ਘੁੰਡ ਕੱਢਦੀ ਸੀ। ਉਹ ਆਪਣੇ ਪਤੀ ਟਿੱਕਾ ਸੁਰਿੰਦਰ ਸਿੰਘ ਬੇਦੀ ਨਾਲ ਬਟਵਾਰੇ ਮਗਰੋਂ ਛੇਤੀ ਦਿੱਲੀ ਵਸ ਗਏ। ਉਸਨੇ ਬੁਰਕਾ ਕਲਰ ਤੋਂ ਭੱਜਣ ਵੇਲੇ ਪਹਿਨਿਆ ਹੋਇਆ ਸੀ। ਨਵੇਂ ਘਰ ਵਿੱਚ ਆ ਕੇ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਵਸਾਉਣ ਦੀ ਚਾਹ ਵਿੱਚ ਉਸਨੇ ਪਰਦਾ ਤਿਆਗ ਦਿੱਤਾ ਅਤੇ ਬੁਰਕਾ ਵੀ ਮੁੜ ਨਹੀਂ ਪਹਿਨਿਆ। ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਲੀ ਪੀੜ੍ਹੀ ਵੱਲੋਂ ਜਿਹੜਾ ਇੱਥੇ ਭੇਂਟ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਉਸ ਵੇਲੇ ਦੇ ਦਰਦ ਦਾ ਅਹਿਸਾਸ ਹੋ ਸਕੇ। ਸਾਡੇ ਸਾਹਮਣੇ ਇੱਕ ਉਸ ਵੇਲੇ ਦੀ 1947 ਦੀ ਇੱਕ ਲਵ ਸਟੋਰੀ ਜਿਹੜੀ ਸਾਹਮਣੇ ਆਈ ਹੈ, ਜਿਸ ਦਾ ਜ਼ਿਕਰ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ। ਜੋ ਪੂਰੀ ਕਹਾਣੀ ਹੈ, ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਇੱਕ ਇਹ ਫੁਲਕਾਰੀ ਦਾ ਬਣਿਆ ਹੋਇਆ ਕੋਟ ਔਰ ਇਸ ਤੋਂ ਇਲਾਵਾ ਇੱਕ ਲੈਦਰ ਦਾ ਬਰਾਊਨ ਕਲਰ ਦਾ ਇਹ ਬੈਗ। ਇਹ ਜਿਹੜਾ ਫੁਲਕਾਰੀ ਕੋਟ ਹੈ ਇਹ ਬਿਲੋਂਗ ਕਰਦਾ ਹੈ ਇਹ ਲੇਡੀ ਨੂੰ ਜਿਨ੍ਹਾਂ ਦਾ ਨਾਮ ਹੈ ਪ੍ਰੀਤਮ ਕੌਰ। ਤੋ ਆ ਬਲੈਕ ਐਂਡ ਵਾਈਟ ਜਿਹੜੀ ਫੋਟੋ ਨਜ਼ਰ ਆ ਰਹੀ ਹੈ ਅਸਲ ਫੋਟੋ ਹੈ, ਇਹ ਅਸਲ ਫੋਟੋ ਹੈ ਉਹਨਾਂ ਦੀ ਜਿਨ੍ਹਾਂ ਦਾ ਇਹ ਦੋਵੇਂ ਚੀਜ਼ਾਂ ਨੇ, ਭਗਵਾਨ ਸਿੰਘ ਮੈਨੀ ਔਰ ਪ੍ਰੀਤਮ ਕੌਰ, ਜਿਨ੍ਹਾਂ ਦੇ ਇਹ ਦੋਨਾਂ ਬਿਲੋਂਗਿੰਗ ਨੇ, ਜਿਨ੍ਹਾਂ ਦੀਆਂ ਇਹ ਵਸਤਾਂ ਨੇ। ਜੀ ਇਹ ਜਿਹੜਾ ਕੋਟ ਹੈ ਇਹ ਪ੍ਰੀਤਮ ਕੌਰ ਜੀ ਦਾ ਹੈ ਔਰ ਜਿਹੜਾ ਬਰੀਫ ਕੇਸ ਹੈ ਇਹ ਭਗਵਾਨ ਸਿੰਘ ਮੈਨੀ ਜੀ ਦਾ ਹੈ। ਕਿਉਂਕਿ ਜਿਹੜੇ ਉਸ ਲੇਡੀ ਸੀਗੇ ਉਹ 22 ਸਾਲ ਦੇ ਸੀ ਉਸ ਟਾਈਮ ਦੇ ਉੱਤੇ ਔਰ ਜਿਹੜੇ ਆਦਮੀ ਹੈ ਉਹ 30 ਸਾਲ ਦੇ ਸੀ। ਇਹ ਗੁਜਰਾਂਵਾਲਾ ਦੇ ਰਹਿਣ ਵਾਲੇ ਸੀ, ਪਾਕਿਸਤਾਨ ਚ ਗੁਜਰਾਂਵਾਲਾ 'ਚ ਰਹਿੰਦੇ ਸਨ। ਇਹਨਾਂ ਦੋਨਾਂ ਦਾ ਵਿਆਹ ਫਿਕਸ ਹੋ ਗਿਆ ਸੀ, ਪੱਕਾ ਹੋਇਆ ਸੀ, ਰਿਸ਼ਤਾ ਕਰ ਦਿੱਤਾ ਗਿਆ ਸੀਗਾ। ਪਰ ਉਸ ਤੋਂ ਬਾਅਦ ਅਚਨਚੇਤ ਜਿਹੜਾ ਇਹਨਾਂ ਤੇ ਮੁਸੀਬਤਾਂ ਟੁੱਟੀਆਂ, ਇੱਕੋ ਦਮ ਉਜੜਨਾ ਪਿਆ ਜੀ। ਵੰਡ ਹੋ ਗਈ ਤੇ ਵਿਛੜ ਗਏ ਦੋਵੇਂ ਜਣੇ। ਹਾਂਜੀ, ਦੋਵੇਂ ਜਣੇ ਵਿਛੜ ਗਏ। ਯਾਨੀ ਵੰਡ ਤੋਂ ਪਹਿਲਾਂ ਇਹਨਾਂ ਦਾ ਰਿਸ਼ਤਾ ਹੋਇਆ ਸੀ, ਵਿਆਹ ਪੱਕਾ ਹੋਇਆ ਸੀ। ਅਚਨਚੇਤ 14-15 ਅਗਸਤ ਐਲਾਨ ਦਿੱਤੀ ਗਈ, ਲਾਰਡ ਮਾਊਂਟਬੈਟਨ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 14 ਨੂੰ ਪਾਕਿਸਤਾਨ ਤੇ 15 ਨੂੰ ਭਾਰਤ ਦਾ ਆਜ਼ਾਦੀ ਦਿਹਾੜਾ ਹੋਊਗਾ। ਔਰ ਉਸ ਤੋਂ ਬਾਅਦ ਇਹ ਦੋਨੋਂ ਪਰਿਵਾਰ ਜਿਹੜੇ ਆ ਉਹ ਵਿਛੜ ਗਏ। ਔਰ ਜਿਸ ਤਰ੍ਹਾਂ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰੀਤਮ ਕੌਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਵਾਲੀ ਗੱਡੀ 'ਚ ਬਿਠਾ ਦਿੱਤਾ। ਯਾਤਰਾ ਦੌਰਾਨ ਉਸ ਦੀ ਗੋਦ ਵਿੱਚ ਉਸ ਦਾ 2 ਸਾਲਾ ਭਰਾ ਵੀ ਸੀ। ਰੇਲਵੇ ਸਟੇਸ਼ਨ ਤੇ ਪਹੁੰਚਣ ਉਪਰੰਤ ਉਸਨੇ ਜਲਦੀ ਹੀ ਇੱਕ ਨੇੜੇ ਦੇ ਰਿਫਿਊਜੀ ਕੈਂਪ ਦੇ ਵਿੱਚ ਰੁੱਖ ਕੀਤਾ। ਤਾਂ ਕੈਂਪ ਵਿੱਚ ਭੋਜਨ ਲਈ ਲੰਬੀਆਂ ਘੁਮਾਵਦਾਰ ਕਤਾਰਾਂ ਲੱਗੀਆਂ ਸਨ, ਜਿੱਥੇ ਭੁੱਖੇ ਥੱਕੇ ਹੋਏ ਘਰਾਂ ਤੋਂ ਉਜੜੇ ਹੋਏ ਰਿਫਿਊਜੀ ਘੰਟਿਆਂ ਬੱਧੀ ਖੜੇ ਰਹਿੰਦੇ ਸਨ। ਤਾਂ ਇਹ ਮੀਟਿੰਗ ਪਲੇਸ ਬਣਿਆ ਇਹ ਰਿਫਿਊਜੀ ਕੈਂਪ। ਜੀ ਇਹ ਫਿਰ ਜਦੋਂ ਦੋਵੇਂ ਅਲੱਗ ਹੋ ਗਏ ਤਾਂ ਦੋਵੇਂ ਅਲੱਗ ਹੋ ਗਏ, ਫਿਰ ਉਸ ਤੋਂ ਬਾਅਦ ਇੱਕ ਰਿਫਿਊਜੀ ਕੈਂਪ ਦੇ ਵਿੱਚ ਆ ਕੇ ਮਿਲੇ ਜਿੱਥੇ ਦੋਵੇਂ ਜਣੇ ਆਪਣੇ ਪਰਿਵਾਰ ਲਈ ਰੋਟੀ ਲੈਣ ਜਾਂਦੇ ਪਏ ਸੀ। ਉਸ ਤੋਂ ਪਹਿਲਾਂ ਇੱਕ ਦਰਦਨਾਕ ਜਿਹੜਾ ਕਿੱਸਾ ਉਹ ਵੀ ਸਾਂਝਾ ਕਰਨਾ ਜ਼ਰੂਰੀ ਹੈ ਕਿ ਭਗਵਾਨ ਸਿੰਘ ਮੈਨੀ ਜਿਨ੍ਹਾਂ ਦਾ ਪ੍ਰੀਤਮ ਕੌਰ ਨਾਲ ਰਿਸ਼ਤਾ ਹੋਇਆ ਸੀ, ਉਹਨਾਂ ਦੇ 3 ਭਰਾ ਪੱਛਮੀ ਪੰਜਾਬ ਤੋਂ ਭੱਜਣ ਸਮੇਂ ਮਾਰੇ ਗਏ ਸਨ, ਉਸ ਹਿੰਸਾ ਦਾ ਸ਼ਿਕਾਰ ਹੋਏ ਗਏ ਸਨ। ਔਰ ਉਹ ਦੁੱਖ ਨਾਲ ਸਰੋਵਰ ਆਪਣੀ ਬਜ਼ੁਰਗ ਮਾਂ ਦੇ ਨਾਲ ਅੰਮ੍ਰਿਤਸਰ ਪਹੁੰਚੇ ਸਨ, ਉਸੇ ਰਿਫਿਊਜੀ ਕੈਂਪ 'ਚ ਜਿਸ ਕੈਂਪ ਦੇ ਵਿੱਚ ਪ੍ਰੀਤਮ ਕੌਰ ਜੀ ਗਏ ਸੀ। ਹਾਂਜੀ, ਤਾਂ ਇਹ ਫਿਰ ਦੋਵੇਂ ਜਣੇ ਜਦੋਂ ਕੈਂਪ ਦੇ ਵਿੱਚ ਮਿਲੇ, ਰੋਟੀ ਲੈਣ ਜਾ ਰਹੇ ਸੀ, ਦੋਵਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀਆਂ
ਕਿ ਉਹਨਾਂ ਦੇ ਤਿੰਨੋਂ ਬ੍ਰਦਰ ਮਾਰੇ ਗਏ ਨੇ। ਲਾਈਨਾਂ 'ਚ ਲੱਗੇ ਹੋਏ ਆ ਤੇ ਉੱਥੇ ਇਹਨਾਂ ਦਾ ਮੇਲ ਅਚਨਚੇਤ ਹੁੰਦਾ। ਜੀ ਜੀ, ਤੇ ਉਹਨਾਂ ਨੇ ਫਿਰ ਦੱਸਿਆ, ਭਗਵੰਤ ਸਿੰਘ ਮੈਨੀ ਨੇ ਦੱਸਿਆ ਕਿ ਮੇਰੇ ਤਿੰਨੋਂ ਬ੍ਰਦਰ ਪੂਰੇ ਹੋ ਗਏ ਨੇ, ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਔਰ ਮੈਂ ਆਪਣੀ ਬਜ਼ੁਰਗ ਮਾਂ ਦੇ ਨਾਲ ਹੁਣ ਇੱਥੇ ਆਇਆ ਹੋਇਆ। ਤਾਂ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਬ੍ਰਦਰ ਨੂੰ, ਛੋਟੇ ਜਿਹੇ ਨੂੰ ਕਿੱਦਾਂ ਬਚਾ ਕੇ ਆਪਣੀ ਗੋਦੀ 'ਚ ਬਿਠਾ ਕੇ ਉਹਨੂੰ ਲੈ ਕੇ ਆਈ ਹਾਂ ਆਪਣੇ ਪੇਰੈਂਟਸ ਦੇ ਨਾਲ। ਉਹਨਾਂ ਦੀ ਫੈਮਿਲੀ ਤਾਂ ਸੇਫ ਆ ਗਈ, ਪਰ ਉਹਨਾਂ ਨੇ ਜਿਹੜੀ ਡਿਫਿਕਲਟੀਜ਼ ਫੇਸ ਕੀਤੀਆਂ ਡਿਊਰਿੰਗ ਦ ਜਰਨੀ, ਉਹਨਾਂ ਨੇ ਆਪਸ 'ਚ ਐਕਸਚੇਂਜ ਕੀਤਾ ਕਿ ਸਾਡੇ ਨਾਲ ਕੀ ਹੋਇਆ। ਹੁਣ ਕੋਈ ਮਿਲੇਗਾ ਤਾਂ ਐਕਸਚੇਂਜ ਤਾਂ ਕਰੇਗਾ ਨਾ ਸਟੋਰੀਜ਼ ਕਿ ਹਾਂ ਸਾਡੇ ਨਾਲ, ਕਿ ਮੇਰੇ ਨਾਲ ਕੀ ਹੋਇਆ, ਮੇਰੇ ਨਾਲ ਕੀ ਹੋਇਆ। ਤਾਂ ਦੋਵਾਂ ਨੇ ਆਪਣੀ ਸਟੋਰੀਜ਼ ਐਕਸਚੇਂਜ ਕੀਤੀਆਂ। ਫਿਰ ਉਹਨਾਂ ਦੋਵਾਂ ਨੇ ਡਿਸਾਈਡ ਕੀਤਾ ਕਿ ਅੱਛਾ, ਆਪਣੀ ਅਸੀਂ ਫੈਮਲੀਜ਼ ਜਿਹੜੀਆਂ ਰਿਫਿਊਜੀ ਕੈਂਪ ਦੇ ਵਿੱਚ ਬੈਠੀਆਂ ਹੋਈਆਂ, ਅਸੀਂ ਉਹਨਾਂ ਨੂੰ ਜਾ ਕੇ ਦੱਸਦੇ ਹਾਂ ਕਿ ਤੁਸੀਂ, ਮੈਨੂੰ ਭਗਵੰਤ ਸਿੰਘ ਮੈਨੀ ਮਿਲੇ ਸੀ, ਮੈਨੂੰ ਪ੍ਰੀਤਮ ਕੌਰ ਮਿਲੀ ਸੀ। ਤੇ ਜਦੋਂ ਉਹ ਦੋਵੇਂ ਜਣੇ ਵਾਪਸ ਗਏ ਕੈਂਪ ਦੇ ਵਿੱਚ, ਫਿਰ ਉਹਨਾਂ ਨੇ ਜਾ ਕੇ ਆਪਣੀ ਫੈਮਲੀਜ਼ ਨੂੰ ਦੱਸਿਆ ਕਿ ਮੈਨੂੰ ਉਹ ਮਿਲੇ ਸੀ, ਉਹ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਤੇ ਫਿਓਂਸੇ ਹੈਗੇ ਨੇ, ਉਹ ਮਿਲੇ ਸੀ ਮੈਨੂੰ। ਫਿਰ ਉਹਨਾਂ ਦੀ ਜਿਹੜੀ ਫੈਮਿਲੀ ਨੇ ਕੈਂਪ ਦੇ ਵਿੱਚ ਹੀ ਡਿਸਾਈਡ ਕੀਤਾ ਕਿ ਅੱਛਾ, ਇਹਨਾਂ ਦਾ ਹੁਣ ਵਿਆਹ ਕਰ ਦੇਣਾ ਚਾਹੀਦਾ। ਸ਼ਰਨਾਰਥੀ ਰਿਫਿਊਜੀ ਕੈਂਪ ਦੇ ਅੰਦਰ ਹੀ ਉਹਨਾਂ ਦਾ ਮੌਕੇ ਤੇ ਹੀ ਭਗਵਾਨ ਸਿੰਘ ਦੀ ਮਾਂ ਤੇ ਪ੍ਰੀਤਮ ਕੌਰ ਦੇ ਪਰਿਵਾਰ ਨੇ ਇਸ ਜੋੜੇ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਔਰ ਉਹ ਉਸ ਵੇਲੇ ਇਹਨਾਂ ਕੋਲ ਇਹ ਅਵਸਥਾ ਮਹਿਸੂਸ ਸਨ। ਉਹਨਾਂ ਕੋਲ ਇਹ ਸੀ ਕਿਉਂਕਿ ਜਿਹੜੀ ਪ੍ਰੀਤਮ ਕੌਰ ਸੀ, ਉਹ ਕਹਿੰਦੀ ਸੀ ਕਿ ਮੈਂ ਆਪਣੇ ਨਾਲ ਕੁਝ ਲੈ ਕੇ ਜਾਵਾਂ ਨਾ ਜਾਵਾਂ, ਮੈਂ ਇਹ ਕੋਟ ਜ਼ਰੂਰ ਲੈ ਕੇ ਜਾਣਾ ਨਾਲ, ਕਿਉਂਕਿ ਉਹਨਾਂ ਦੀ ਸਭ ਤੋਂ ਫੁਲਕਾਰੀ ਕੱਢੇ ਇਸ ਕੋਟ ਦੇ ਨਾਲ ਪ੍ਰੀਤਮ ਕੌਰ ਦੇ ਬਹੁਤ ਜਜ਼ਬਾਤ ਜੁੜੇ ਸਨ। ਜਦੋਂ ਉਹ ਉੱਥੋਂ ਉੱਜੜ ਕੇ ਇੱਧਰ ਆਉਂਦੇ ਨੇ ਤਾਂ ਉਹਨਾਂ ਕੋਲ ਇੱਕ ਬੋਰਾ ਹੁੰਦਾ ਹੈ ਜਿਸ ਦੇ ਵਿੱਚ ਇਹ ਫੁਲਕਾਰੀ ਕੱਢਿਆ ਕੋਟ ਉਚੇਚੇ ਤੌਰ ਤੇ ਉਹ ਆਪਣੀ ਬਚੀ ਹੋਈਆਂ ਵਸਤਾਂ ਵਿੱਚੋਂ ਨਾਲ ਲੈ ਕੇ ਆਏ ਸਨ। ਔਰ ਜੋ ਲੈਦਰ ਦਾ ਇਹ ਬਰੀਫ ਕੇਸ ਹੈ, ਇਹ ਭਗਵਾਨ ਸਿੰਘ ਮੈਨੀ ਹਰਾਂ ਦਾ ਸੀ, ਜਿਸ ਦੇ ਵਿੱਚੋਂ ਉੱਥੋਂ ਉਜੜਨ ਮੌਕੇ ਆਪਣੀ ਪੜ੍ਹਾਈ ਦੀਆਂ ਡਿਗਰੀਆਂ ਅਤੇ ਜ਼ਮੀਨ ਦੀ ਦਾਅਵੇਦਾਰੀ ਦੇ ਕਾਗਜ਼ਾਤ ਲੈ ਕੇ ਆਏ ਸਨ। ਤਾਂ ਇਹ ਇੱਕ ਨਿੱਕਾ ਜਿਹਾ ਸੁੱਖ ਸੀ ਜੋ ਉਸ ਵੇਲੇ ਉਹਨਾਂ ਦੇ ਜ਼ਖਮਾਂ ਉੱਤੇ ਮਲਮ ਵਾਂਗ ਸੀ। ਸ਼ਾਇਦ ਖੁਸ਼ੀਆਂ ਭਰੇ ਜਿਹੜੇ ਵਕਤ ਦੀ ਇੱਕ ਸੰਕੇਤ ਵੀ ਸੀ। ਜੀ ਜੀ, ਮਿਲਖਾ ਸਿੰਘ ਵੀ ਜਿਹੜੇ ਸੀਗੇ, ਸਾਨੂੰ ਪਤਾ ਹੈ ਕਿ ਉਹ ਵੀ ਮਾਈਗ੍ਰੇਟ ਕਰਕੇ ਆਏ ਸੀ। ਅਸੀਂ ਮੂਵੀ ਤਾਂ ਸਾਰਿਆਂ ਨੇ ਦੇਖੀ ਹੋਈ ਹੈ ਕਿ ਉਹਨਾਂ ਦੀ ਜਿਹੜੀ ਫੈਮਿਲੀ ਸੀ, ਉਹਨਾਂ ਦੀ ਪੂਰੀ ਫੈਮਿਲੀ ਨੂੰ ਮਾਰਤਾ ਸੀ, ਕਿੱਦਾਂ ਉਹਨਾਂ ਦੀ ਸਿਸਟਰ ਨੇ ਉਹਨਾਂ ਨੂੰ ਪਾਲਿਆ ਆ ਕੇ। ਤਾਂ ਉਹਨਾਂ ਦੀ ਸਾਡੇ ਕੋਲ ਸਟੋਰੀ ਹੈ, ਔਰ ਉਹ ਆਪਣੀ ਸਟੋਰੀ ਦੇ ਵਿੱਚ ਕਹਿੰਦੇ ਆ ਕਿ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਵੀ ਮੈਂ ਉੱਧਰ ਜਾਂਦਾ, ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਲੋਕੀ ਮੈਨੂੰ ਅੱਜ ਵੀ ਹੱਥਾਂ 'ਤੇ ਚੁੱਕਦੇ ਆ। ਤਾਂ ਇਹ ਇੱਕ ਹੋਪ ਹੈ ਕਿ ਅਸੀਂ ਜਿਹੜੇ ਪਾਰਟੀਸ਼ਨ ਹੋ ਗਈ ਹੈ, ਲੋਕਾਂ ਨੇ ਮਾਈਗ੍ਰੇਟ ਕਰ ਲਿਆ ਹੈ, ਹੁਣ ਇੱਥੇ ਆ ਕੇ ਵੀ ਉਹਨਾਂ ਨੇ ਆਪਣੀ ਹੋਪ ਨੂੰ ਨਹੀਂ ਛੱਡਿਆ ਔਰ ਆਪਣਾ ਕੰਮ ਕਰਦੇ ਰਹੇ। ਇਹ ਜਿਹੜਾ ਪੇੜ ਹੈ, ਇਹ ਇੱਕ ਉਮੀਦ ਦਾ ਪੇੜ ਹੈ। ਇਹ ਲੋਕਾਂ ਨੇ ਆਪਣੇ ਉਮੀਦ ਦੇ ਮੈਸੇਜ ਇੱਥੇ ਲਿਖੇ ਹੋਏ ਨੇ, ਜਿਹੜੇ ਪੱਤਿਆਂ ਦੇ ਰੂਪ ਵਿੱਚ ਇੱਥੇ ਪੱਤਿਆਂ ਦੇ ਉੱਤੇ ਲਿਖੇ ਹੋਏ ਨੇ। ਇਹ ਕਿਉਂਕਿ ਅਸੀਂ ਇਹ ਪੇੜ ਨੂੰ ਇੱਕ ਦਿਨ ਇੰਨਾ ਹਰਾ ਕਰ ਦੇਣਾ ਹੈ ਕਿ ਲੋਕਾਂ ਦੀ ਉਮੀਦਾਂ ਦੇ ਨਾਲ ਇਹ ਹਰਾ ਹੋ ਜਾਏਗਾ। ਲੋਕ ਆਪਣੇ ਆਂਦੇ ਆ, ਕੋਈ ਨਾ ਕੋਈ ਉਮੀਦ ਦਾ ਮੈਸੇਜ ਜ਼ਰੂਰ ਲਿਖ ਕੇ ਜਾਂਦੇ ਆ ਕਿ ਜ਼ਿੰਦਗੀ ਖਤਮ ਨਹੀਂ ਹੋਈ ਹੈ, ਜ਼ਿੰਦਗੀ ਚੱਲਦੀ ਹੀ ਰਹਿਣੀ ਹੈ। ਤੋ ਇਹ ਸਾਰਾ ਮੰਜ਼ਰ ਜਿਹੜਾ ਹੈ 1947 ਦੀ ਵੰਡ ਦਾ ਜੋ ਦੁਖਦਾਈ ਮੰਜ਼ਰ ਹੈ, ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਬਿਆਨ ਕਰਨ ਦੀ, ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਬਿਨਾਂ ਸ਼ੱਕ 15 ਅਗਸਤ ਜਦੋਂ ਵੀ ਆਉਂਦੀ ਹੈ ਤਾਂ ਦੇਸ਼ ਭਰ ਵਿੱਚ ਲਾਲ ਕਿਲੇ ਤੋਂ ਲੈ ਕੇ ਦੇਸ਼ ਦੇ ਹਰ ਸ਼ਹਿਰ, ਹਰ ਕਸਬੇ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ। ਪਰ ਕਿਤੇ ਨਾ ਕਿਤੇ ਉਹ ਪਰਿਵਾਰ ਜਿਨ੍ਹਾਂ ਨੇ ਇਹ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ, ਜਿਨ੍ਹਾਂ ਦੇ ਆਪਣੇ ਅਨੇਕਾਂ ਜੀ 1947 ਦੀ ਵੰਡ ਦੀ ਭੇਡ ਚੜੇ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜ਼ਖਮ ਜ਼ਰੂਰ ਹਰੇ ਹੋ ਜਾਂਦੇ ਹੈ। ਉਹਨਾਂ ਦੇ ਮਨਾਂ ਵਿੱਚ ਜ਼ਰੂਰ ਟੀਸ ਉੱਠਦੀ ਹੈ ਕਿ ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, ਪੀਟੀਸੀ ਨਿਊਜ਼, ਅੰਮ੍ਰਿਤਸਰ।